ਅਖਬਾਰਾਂ ਬੋਲਦੀਆਂ ਸੈਗਮੈਂਟ ਤੁਹਾਡੀ ਨਜ਼ਰ ਤੁਹਾਡੇ ਆਪਣੇ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਦੇ ਵਿੱਚ ਕੁਝ ਇਸ ਪ੍ਰਕਾਰ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ 1320 ਮੀਟਰ ਬੈਂਡ ਹੈ। ਆਪ ਜੀ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਆਪ ਜੀ ਦਾ ਦੋਸਤ ਅਤੇ ਹੋਰ ਦਿਲਬਾਗ ਸਿੰਘ ਚਾਵਲਾ। ਬ੍ਰਿਕਸ ਸੰਮੇਲਨ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਛਪਿਆ ਹੈ ਕਿ ਬ੍ਰਾਜ਼ੀਲ, रूस, भारत, चीन ਅਤੇ ਦੱਖਣੀ ਅਫਰੀਕਾ ਬ੍ਰਿਕਸ 5 ਦੇਸ਼ਾਂ ਉੱਤੇ ਆਧਾਰਿਤ ਬਣੇ ਗੱਠਜੋੜ ਵਿਕਸਿਤ ਹੋ ਰਹੇ ਅਤੇ ਦੇਸ਼ਾਂ ਉੱਤੇ ਆਧਾਰਿਤ ਬਣੇ ਗੱਠਜੋੜ ਵਿਕਸਿਤ ਹੋ ਰਹੇ ਅਰਥਚਾਰਿਆਂ ਵਾਲੇ ਦੇਸ਼ਾਂ ਦੀ ਸੰਸਾਰ ਖਾਸ ਤੌਰ 'ਤੇ ਜਿਹੜੀ ਹੈ ਸਿਆਸਤ ਵਿੱਚ ਵੱਧ ਭੂਮਿਕਾ ਦੀ ਦਾਅਵੇਦਾਰੀ ਜਤਾਉਣ ਦੇ ਮੰਚ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਇਹਨਾਂ ਦੇਸ਼ਾਂ ਵਿਚਕਾਰ ਵੀ ਸੰਬੰਧ ਕੋਈ ਜ਼ਿਆਦਾ ਸੁਖਾਵੇਂ ਨਹੀਂ ਹਨ ਅਤੇ ਕਈ ਦੇਸ਼ਾਂ ਖਾਸ ਤੌਰ 'ਤੇ ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਜ਼ਾਹਰਾ ਤੌਰ 'ਤੇ ਦੇਖਿਆ ਜਾ ਸਕਦਾ ਹੈ। ਤੇ ਅਖਬਾਰ ਲਿਖਦਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਸਾਲ ਪਹਿਲਾਂ ਬਣੇ ਬ੍ਰਿਕਸ ਦੇ 13ਵੇਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਭਰ ਰਹੀਆਂ ਅਰਥ ਵਿਵਸਥਾਵਾਂ ਹੋਣ ਕਰਕੇ ਸੰਸਾਰ ਅੰਦਰ ਬ੍ਰਿਕਸ ਦਾ ਪ੍ਰਭਾਵ ਵੱਧ ਰਿਹਾ ਹੈ। ਚੀਨ ਦੇ ਰਾਸ਼ਟਰਪਤੀ ਅਨੁਸਾਰ ਬ੍ਰਿਕਸ ਮਹਾਸ਼ਕਤੀ ਹੋਣ ਦੀ ਬਜਾਏ ਕਈ ਸ਼ਕਤੀਆਂ ਦਾ ਸੰਗਠਨ ਹੈ। ਸੰਸਾਰ ਭਰ ਵਿੱਚ ਗੱਠਜੋੜ ਬਣਾ ਕੇ ਸਹਿਯੋਗ ਵਧਾਉਣਾ ਚੰਗੀ ਸ਼ੁਰੂਆਤ ਮੰਨੀ ਜਾਂਦੀ ਹੈ। ਵਿਕਸਿਤ ਦੇਸ਼ਾਂ ਨੇ G5, G7 ਅਤੇ G20 ਵਰਗੇ ਗਰੁੱਪਾਂ ਰਾਹੀਂ ਬਹੁਤ ਸਾਰੇ ਮੁੱਦਿਆਂ ਉੱਤੇ ਵਿਚਾਰ ਕਰਨ ਅਤੇ ਨੀਤੀਗਤ ਫੈਸਲੇ ਕਰਨ ਦੀ ਪਿਰਤ ਪਾਈ ਹੋਈ ਹੈ। ਸਭ ਤੋਂ ਵੱਡਾ ਮਾਮਲਾ ਅਖਬਾਰ ਲਿਖਦਾ ਹੈ ਕਿ ਗੁਆਂਢੀ ਦੇਸ਼ਾਂ ਦੇ ਸਹਿਯੋਗ ਨਾਲ ਸੰਬੰਧਿਤ ਹੈ। ਲੰਮੇ ਸਮੇਂ ਤੋਂ ਦੱਖਣੀ ਏਸ਼ੀਆਈ ਦੇਸ਼ਾਂ ਦੀ ਸੰਸਥਾ ਸਾਰਕ ਬਣੀ ਹੋਈ ਹੈ ਤੇ ਇਸ ਵਿੱਚ ਹੋਰਾਂ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਪ੍ਰਮੁੱਖ ਦੇਸ਼ ਹਨ। 1947 ਤੋਂ ਪਿੱਛੋਂ ਆਪਸੀ ਸਬੰਧਾਂ ਵਿੱਚ ਕੁੜੱਤਣ ਨਾ ਕੇਵਲ ਕਈ ਜੰਗਾਂ ਨੂੰ ਜਨਮ ਦੇ ਚੁੱਕੀ ਹੈ ਬਲਕਿ ਵਪਾਰਕ ਪੱਖ ਤੋਂ ਵੀ ਸਹਿਯੋਗ ਵਧਾਉਣ ਦੇ ਰਾਹ 'ਤੇ ਵੱਡਾ ਰੋੜਾ ਬਣੀ ਹੋਈ ਹੈ। ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦਰਮਿਆਨ ਲੰਬੇ ਸਮੇਂ ਤੋਂ ਆਪਸੀ ਗੱਲਬਾਤ ਵੀ ਬੰਦ ਹੈ, ਜਦੋਂ ਕਿ ਹਾਲਾਤ ਦੋਵਾਂ ਦੇਸ਼ਾਂ ਅੰਦਰ ਸਾਂਝ ਵਜਾਉਣ ਦੀ ਮੰਗ ਕਰਦੇ ਹਨ। ਜੇਕਰ ਇਹ ਸਾਂਝ ਵਧਦੀ ਹੈ ਤਾਂ ਸਾਰਕ ਰਾਹੀਂ ਮੱਧ ਏਸ਼ੀਆਈ ਦੇਸ਼ਾਂ ਤੱਕ ਵੀ ਵਪਾਰਕ ਸਹਿਯੋਗ ਵਧਾਇਆ ਜਾ ਸਕਦਾ ਹੈ। ਅਫਗਾਨਿਸਤਾਨ ਵਿੱਚ ਆ ਰਹੀ ਤਬਦੀਲੀ ਬਾਰੇ ਬ੍ਰਿਕਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਰੂਸੀ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਹਾਲਾਤ ਅਨਿਸ਼ਚਿਤਤਾ ਵਾਲੇ ਹਨ। ਅਮਰੀਕੀ ਫੌਜਾਂ ਨਿਕਲਣ ਤੋਂ ਪਿੱਛੋਂ ਪੈਦਾ ਹਾਲਾਤ ਦਾ ਸਭ ਤੋਂ ਵੱਡਾ ਅਸਰ ਭਾਰਤ, ਚੀਨ, ਪਾਕਿਸਤਾਨ ਅਤੇ ਈਰਾਨ ਉੱਤੇ ਪੈਣ ਦੇ ਅਸਾਰ ਹਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਸਹਿਯੋਗ ਇਸ ਖਿੱਤੇ ਵਿੱਚ ਅਮਨ ਕਾਇਮ ਕਰਨ ਦੀ ਵੱਡੀ ਭੂਮਿਕਾ ਨਿਭਾ ਸਕਦਾ ਹੈ। ਕਿਸੇ ਵੀ ਦੇਸ਼ ਵੱਲੋਂ ਸਭ ਤੋਂ ਪਹਿਲਾਂ ਕਦਮ ਗੁਆਂਢੀਆਂ ਨਾਲ ਸੰਬੰਧ ਸੁਧਾਰਨ ਵਾਲਾ ਹੋਣਾ ਚਾਹੀਦਾ ਹੈ। ਤੇ ਅਖਬਾਰ ਕਹਿੰਦਾ ਹੈ ਕਿ ਅਜਿਹਾ ਬੇਭਰੋਸਗੀ ਦੇ ਆਲਮ ਨੂੰ ਦੂਰ ਕਰਕੇ ਹੀ ਸੰਭਵ ਹੈ। ਬ੍ਰਿਕਸ ਜਿਹੀਆਂ ਸੰਸਥਾਵਾਂ ਦੀ ਅਹਿਮੀਅਤ ਆਪਣੇ ਥਾਂ ਹੈ, ਪਰ ਸਾਡੀ ਸਭ ਤੋਂ ਵੱਡੀ ਤਰਜੀਹ ਦੱਖਣੀ ਏਸ਼ੀਆਈ ਦੇ ਲੋਕਾਂ ਦਰਮਿਆਨ ਸੰਪਰਕ ਅਤੇ ਵਪਾਰ ਵਧਾਉਣ ਦੀ ਹੋਣੀ ਚਾਹੀਦੀ ਹੈ। ਇਹ ਸੀ ਬ੍ਰਿਕਸ ਸੰਮੇਲਨ ਬਾਰੇ ਗੱਲਬਾਤ। ਤੇ ਦੂਸਰੀ ਅੱਜ ਦੀ ਜਿਹੜੀ ਇੱਕ ਰਿਪੋਰਟ ਛਾਇਆ ਹੋਈ ਹੈ, ਇੱਕ ਸਰਵੇਖਣ ਹੈ ਨਾਗਰਿਕ ਅਧਿਕਾਰਾਂ ਤੇ ਸੁਤੰਤਰ ਦੇ ਬਾਰੇ ਘੱਟ ਸਕਾਰਾਤਮਕ ਹਨ ਅਮਰੀਕਾ। ਸਰਵੇਖਣ ਇਹ ਜਗਬਾਣੀ ਅਖਬਾਰ ਦੇ ਵਿੱਚੋਂ ਲਿਆ ਗਿਆ ਹੈ। ਅਮਰੀਕਾ 'ਚੋਂ 11 ਸਤੰਬਰ ਜੋ ਕੱਲ੍ਹ ਨੂੰ 2001 ਨੂੰ ਹੋਏ ਅੱਤਵਾਦੀ ਹਮਲੇ ਦੇ 20 ਸਾਲ ਬਾਅਦ ਅਮਰੀਕਾ ਆਪਣੇ ਅਧਿਕਾਰਾਂ ਅਤੇ ਸੁਤੰਤਰ ਦੀ ਸਥਿਤੀ ਨੂੰ ਲੈ ਕੇ ਕਾਫੀ ਸਕਾਰਾਤਮਕ ਸਨ 10 ਸਾਲ ਬਾਅਦ, ਪਰ ਅੱਜ 20 ਸਾਲ ਬਾਅਦ ਉਹ ਉਨੇ ਸਕਾਰਾਤਮਕ ਨਹੀਂ ਹਨ। 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲੇ ਦੇ 10 ਸਾਲ ਬਾਅਦ ਉਸ ਵਕਤ ਅਮਰੀਕਾ ਆਪਣੇ ਅਧਿਕਾਰਾਂ ਅਤੇ ਸੁਤੰਤਰਤਾ ਦੀ ਸਥਿਤੀ ਨੂੰ ਕਾਫੀ ਸਕਾਰਾਤਮਕ ਸਨ, ਪਰ ਅੱਜ ਅਖਬਾਰ ਕਹਿੰਦਾ ਹੈ ਕਿ 20 ਸਾਲ ਬਾਅਦ ਉਹ ਉਨੇ ਸਕਾਰਾਤਮਕ ਨਹੀਂ ਹਨ। ਦਾ ਐਸੋਸੀਏਟ ਪ੍ਰੈਸ NORC ਸੈਂਟਰ ਫਾਰ ਪਬਲਿਕ ਅਫੇਅਰਜ਼ ਰਿਸਰਚ ਦੇ ਸਰਵੇਖਣ 'ਚੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ। ਅਮਰੀਕੀ ਇਤਿਹਾਸ 'ਚ ਹੋਏ ਸਭ ਤੋਂ ਵੱਡੇ ਅੱਤਵਾਦੀ ਹਮਲੇ 9/11 ਤੋਂ ਬਾਅਦ 2013 ਅਤੇ 2015 'ਚੋਂ ਵੀ ਇਹ ਸਰਵੇਖਣ ਕੀਤਾ ਗਿਆ ਸੀ ਅਤੇ ਉਸ ਦੌਰਾਨ ਪੁੱਛੇ ਗਏ ਕੁਝ ਸਵਾਲ ਇਸ ਦੇ ਵਾਰ ਸਰਵੇਖਣ 'ਚੋਂ ਵੀ ਸ਼ਾਮਲ ਕੀਤੇ ਗਏ। ਅਮਰੀਕਾ ਇਸ ਵਿਚਾਰ ਦੇ ਆਲੇ ਦੁਆਲੇ ਇੱਕ ਜੁੱਟ ਸਨ ਅਮਰੀਕੀ ਕਿ ਸਰਕਾਰ ਨੇ ਅੱਤਵਾਦੀ ਹਮਲਿਆਂ ਦੇ ਇੱਕ ਦਹਾਕੇ ਬਾਅਦ ਕਈ ਮੂਲ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਇੱਕ ਚੰਗਾ ਕੰਮ ਕੀਤਾ ਹੈ, ਜਿਸ ਦੇ ਤਹਿਤ ਦੇਸ਼ ਦੀਆਂ ਖੁਫੀਆ ਸੇਵਾਵਾਂ ਤੇ ਗ੍ਰਹਿ ਸੁਰੱਖਿਆ ਵਿਭਾਗ ਵਰਗੀਆਂ ਏਜੰਸੀਆਂ 'ਚੋਂ ਵੱਡੇ ਪੱਧਰ 'ਤੇ ਬਦਲਾਅ ਕੀਤਾ ਗਿਆ।
ਇਨ੍ਹਾਂ ਬਦਲਾਵਾਂ ਨਾਲ ਹਾਲਾਂਕਿ ਸਰਕਾਰ ਦੀ ਜ਼ਰੂਰਤ ਤੋਂ ਜ਼ਿਆਦਾ ਜਾਣਕਾਰੀ ਜੁਟਾਉਣ ਨੂੰ ਲੈ ਕੇ ਚਿੰਤਾਵਾਂ ਸਾਹਮਣੇ ਆਈਆਂ, ਫਿਰ ਵੀ ਕੁੱਲ ਮਿਲਾ ਕੇ ਅਮਰੀਕਾ ਇਨ੍ਹਾਂ ਬਦਲਾਵਾਂ ਨੂੰ ਲੈ ਕੇ ਸਕਾਰਾਤਮਕ ਅਮਰੀਕੀ ਦਿਖੇ ਸਨ। ਪਿਛਲੇ ਕੁਝ ਸਾਲਾਂ 'ਚੋਂ ਇਹ ਰੁਖ ਖਤਮ ਹੋ ਗਿਆ ਹੈ ਤੇ ਅਖਬਾਰ ਕਹਿੰਦਾ ਹੈ ਕਿ ਹੁਣ ਬਹੁਤ ਘੱਟ ਲੋਕ ਕਹਿ ਰਹੇ ਹਨ ਕਿ ਸਰਕਾਰ ਪ੍ਰਗਟਾਵੇ ਦੀ ਆਜ਼ਾਦੀ, ਵੋਟ ਪਾਉਣ ਦੇ ਅਧਿਕਾਰ, ਹਥਿਆਰ ਰੱਖਣ ਦਾ ਅਧਿਕਾਰ ਤੇ ਹੋਰ ਅਧਿਕਾਰਾਂ ਦੀ ਰੱਖਿਆ ਲਈ ਵਧੀਆ ਕੰਮ ਕਰ ਰਹੀ ਹੈ। ਉਦਾਹਰਣ ਲਈ ਸਰਵੇਖਣ 'ਚੋਂ 45% ਅਮਰੀਕੀ ਹੁਣ ਕਹਿੰਦੇ ਹਨ ਕਿ ਉਹਨਾਂ ਨੂੰ ਲੱਗਦਾ ਹੈ ਕਿ ਅਮਰੀਕੀ ਸਰਕਾਰ ਪ੍ਰਗਟਾਵੇ ਦੀ ਸੁਤੰਤਰਤਾ ਦੀ ਰੱਖਿਆ ਕਰਦੇ ਹੋਏ ਚੰਗਾ ਕੰਮ ਕਰ ਰਹੀ ਹੈ, ਜਦਕਿ 32% ਲੋਕਾਂ ਦਾ ਮੰਨਣਾ ਹੈ ਕਿ ਉਹ ਖਰਾਬ ਕੰਮ ਕਰ ਰਹੀ ਹੈ। 23% ਲੋਕ ਅਜਿਹੇ ਹਨ ਜਿਨ੍ਹਾਂ ਨੇ ਕੋਈ ਰਾਏ ਨਹੀਂ ਵਿਅਕਤ ਕੀਤੀ। ਸਰਕਾਰ ਦੇ ਕੰਮ ਨੂੰ 2011 'ਚੋਂ ਵਧੀਆ ਦੱਸਣ ਵਾਲਿਆਂ ਦੀ ਗਿਣਤੀ 71% ਸੀ ਅਤੇ 2015 'ਚੋਂ ਅਜਿਹਾ ਮੰਨਣ ਵਾਲੇ ਲੋਕ 59% ਸਨ। ਇਹ ਸੀ ਦੋ ਮੇਨ ਅੱਜ ਦੀਆਂ ਖਬਰਾਂ ਤੇ ਵੌਇਸ ਆਫ ਸਿਟੀ 1320 AM ਤੇ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।